बिस्मिल्लाहिर्रहमानिर्रहीम या वदूद वसल्लि अला सय्यिदिना मुहम्मदिन व आलिहि व सहाबिहि इन्नका रहीमुन वदूद। अस्सलामु अलैकुम व रहमतुल्लाहि व बरकातुहू। मैं ਤੁਹਾਡੇ ਸਾਹਮਣੇ ਕਿੱਸਾ ਸੋਹਣੀ ਮਹੀਵਾਲ ਪੇਸ਼ ਕਰ ਰਿਹਾ। ਅੱਜ ਇਹ ਕਿੱਸਾ ਸੋਹਣੀ ਮਹੀਵਾਲ ਦਾ ਪਾਰਟ 7 ਹੈ। ਅੱਜ 7ਵਾਂ ਹਿੱਸਾ ਹੈ। ਕੋਲੇ ਦੇ 12 ਹਿੱਸੇ ਨੇ ਤੇ ਅੱਜ ਮੈਂ 7ਵਾਂ ਹਿੱਸਾ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ। 18ਵੀਂ ਸਦੀ ਦੇ ਵਿੱਚ ਗੁਜਰਾਤ ਦੇ ਇੱਕ ਕਮਿਆਰ ਅਬਦੁੱਲਾ ਕਮਿਆਰ ਦੇ ਘਰ ਧੀ ਜੰਮਦੀ ਹੈ ਤੇ ਉਹ ਬੜੀ ਸੋਹਣੀ ਹੁੰਦੀ ਹੈ। ਉਹਦੀ ਸੋਹਣੀ ਹੋਣ ਦੀ ਵਜ੍ਹਾ ਨਾਲ ਉਹਦਾ ਨਾਮ ਵੀ ਜਿਹੜਾ ਉਹ ਸੋਹਣੀ ਰੱਖ ਦਿੱਤਾ ਜਾਂਦਾ ਹੈ। ਸੋਹਣੀ ਜਦੋਂ ਜਵਾਨ ਹੁੰਦੀ ਹੈ ਤੇ ਉਹ ਇੱਕ ਹੁਸਨ ਜਮਾਲ ਦਾ ਪੈਕਰ ਬਣ ਜਾਂਦੀ ਹੈ ਤੇ ਉਹ ਆਪਣੇ ਬਾਪ ਦਾ ਨਾਲ ਹੱਥ ਵੀ ਵੰਡਾਉਣਾ ਸ਼ੁਰੂ ਕਰ ਦਿੰਦੀ ਹੈ। ਸੋਹਣੀ ਬੜੇ ਸੋਹਣੇ ਦਿਲ ਨੂੰ ਭਾਉਣ ਵਾਲੇ ਭਾਂਡੇ ਬਣਾਉਂਦੀ ਹੈ ਤੇ ਉਹਦੀ ਵਿਕਰੀ ਕਰਦੀ ਹੈ ਤੇ ਉਹਦੇ ਨਾਲ ਹੀ ਜਿਹੜਾ ਨਾ ਉਹਨਾਂ ਦੇ ਘਰ ਦਾ ਗੁਸਰ ਬਸਰ ਜਿਹੜਾ ਉਹ ਹੁੰਦਾ ਹੈ। ਸੋਹਣੀ ਦੇ ਪਿਓ ਦੀ ਹੱਟੀ ਜਿਹੜੀ ਹੈ ਔਰ ਰਾਮ ਪਿਆਰੀ ਮਹਿਲ ਦੇ ਕੋਲ ਦਰਿਆ ਦੇ ਕੰਢੇ ਵਾਕਿਆ ਸੀ। ਸੋਹਣੀ ਇਸ ਕਦਰ ਹਸੀਨ ਸੀ ਕਿ ਉਹਦੇ ਹਸਨ ਦਾ ਚਰਚਾ ਦੂਰ ਦੂਰ ਤੱਕ ਫੈਲਿਆ ਹੋਇਆ ਸੀ। ਇੱਜ਼ਤ ਬੇਗ ਬੁਹਾਰੇ ਦੇ ਇੱਕ ਮਿਰਜ਼ੇ ਬੜੇ ਵੱਡੇ ਤਾਜਰ ਤੇ ਮਾਲਦਾਰ ਦਾ ਪੁੱਤਰ ਸੀ। ਉਹ ਮਿਰਜ਼ਾ ਜਿਹੜਾ ਉਹਦੀ ਔਲਾਦ ਕੋਈ ਨਹੀਂ ਸੀ ਹੈ। ਉਹਨੂੰ ਕਿਸੇ ਨੇ ਦੱਸਿਆ ਕਿ ਇੱਥੇ ਇੱਕ ਅੱਲਾ ਦਾ ਬੰਦਾ ਫਕੀਰ ਆਇਆ ਤਾਂ ਤੂੰ ਉਹਦੇ ਕੋਲ ਜਾ ਕੇ ਹਾਜ਼ਰੀ ਦੇ, ਉਹਦੇ ਅੱਗੇ ਦਰਖਾਸਤ ਕਰ ਤੇ ਅੱਲਾਹ ਤਾਲਾ ਤੈਨੂੰ ਔਲਾਦ ਦੇ ਦੇਗਾ। ਉਹ ਉਸ ਤਰ੍ਹਾਂ ਹੀ ਕਰਦਾ। ਮਿਰਜ਼ਾ ਜਿਹੜਾ ਉਹ ਤਾਜਰ ਹੈ, ਉਹ ਫਕੀਰ ਦੇ ਕੋਲ ਜਾਂਦਾ ਤੇ ਫਕੀਰ ਉਹਨੂੰ ਪੁੱਛਦਾ, ਦੱਸ ਤੂੰ ਕਿਉਂ ਮੇਰੇ ਕੋਲ ਆਇਆ? ਤੇ ਉਹ ਕਹਿੰਦਾ, ਜੀ ਮੇਰੇ ਘਰ ਔਲਾਦ ਨਹੀਂ ਹੈ ਤੇ ਤੁਸੀਂ ਮੇਰੇ ਵਾਸਤੇ ਦੁਆ ਕਰੋ ਤੇ ਅੱਲਾਹ ਤਾਲਾ ਮੈਨੂੰ ਔਲਾਦ ਦੇ ਦੇ। ਉਹ ਫਕੀਰ ਉਹਦੇ ਵਾਸਤੇ ਦੁਆ ਕਰਦਾ ਤੇ ਉਹਨੂੰ ਕਹਿੰਦਾ ਕਿ ਤੈਨੂੰ ਅੱਲਾਹ ਤਾਲਾ ਇੱਕ ਪੁੱਤਰ ਦੇਗਾ, ਲੇਕਿਨ ਉਹ ਪੁੱਤਰ ਤੇਰੇ ਕੋਲ ਰਹੇਗਾ ਨਹੀਂ। ਉਹ ਥੋੜੀ ਦੇਰ ਤੇਰੇ ਕੋਲ ਰਹੇਗਾ, ਉਹ ਤੇਰੇ ਕੋਲ ਦੂਰ ਚਲਾ ਜਾਏਗਾ। ਉਹ ਵਾਪਸ ਆ ਜਾਂਦਾ ਹੈ। ਫਕੀਰ ਦੀ ਦੁਆ ਕਬੂਲ ਹੁੰਦੀ ਹੈ ਤੇ ਉਹ ਮਿਰਜ਼ੇ ਨੂੰ ਤਾਜਰ ਨੂੰ ਅੱਲਾਹ ਬੇਟਾ ਦਿੰਦਾ ਹੈ, ਅੱਲਾਹ ਨੂੰ ਪੁੱਤਰ ਦਿੰਦਾ ਹੈ। ਉਹਦਾ ਨਾਂ ਜਿਹੜਾ ਇੱਜ਼ਤ ਬੇਗ ਰੱਖਿਆ ਜਾਂਦਾ ਹੈ। ਇੱਜ਼ਤ ਬੇਗ ਜਦੋਂ ਜਵਾਨ ਹੁੰਦਾ ਹੈ ਤਾਂ ਉਹ ਵੀ ਕਾਰੋਬਾਰ ਕਰਨਾ ਸ਼ੁਰੂ ਕਰ ਦਿੰਦਾ ਹੈ। ਉਹ ਇੱਕ ਦਿਨ ਆਪਣੇ ਬਾਪ ਨੂੰ ਕਹਿੰਦਾ ਹੈ ਕਿ ਮੈਂ ਦਿੱਲੀ ਜਾਣਾ ਚਾਹੁੰਦਾ, ਮੈਂ ਦਿੱਲੀ ਜਾ ਕੇ ਉੱਥੇ ਕੁਝ ਵੇਚਣਾ ਚਾਹੁੰਦਾ, ਕੁਝ ਖਰੀਦਣਾ ਚਾਹੁੰਦਾ, ਮੈਂ ਕਾਰੋਬਾਰ ਤੇ ਤਿਜਾਰਤ ਕਰਨਾ ਚਾਹੁੰਦਾ। ਉਹਦਾ ਬਾਪ ਜਿਹੜਾ ਹੈ ਇੱਜ਼ਤ ਬੇਗ ਦਾ, ਉਹ ਬੜੀ ਜ਼ਿਆਦਾ ਮੁਹੱਬਤ ਕਰਦਾ ਹੈ। ਉਹਦਾ ਦਿਲ ਤੇ ਨਹੀਂ ਸੀ ਕਰਦਾ ਕਿ ਮੈਂ ਉਹਨੂੰ ਭੇਜਾਂ, ਉਹਨੂੰ ਮੈਂ ਆਪਣੇ ਤੋਂ ਦੂਰ ਕਰਾਂ, ਕਿਉਂਕਿ ਉਹ ਬੜੀ ਜ਼ਿਆਦਾ ਮੁਹੱਬਤ ਕਰਦਾ ਸੀ। ਲੇਕਿਨ ਉਹ ਇੱਜ਼ਤ ਬੇਗ ਦੀ ਖੁਸ਼ੀ ਵਾਸਤੇ ਉਹਨੂੰ ਜਾਣ ਦੀ ਇਜਾਜ਼ਤ ਦੇ ਦਿੰਦਾ ਹੈ ਤੇ ਇੱਜ਼ਤ ਬੇਗ ਦੇ ਮਾਂ ਪਿਓ ਉਹਨੂੰ ਵਿਦਿਆ ਕਰ ਦਿੰਦੇ। ਇੱਕ ਰੋਜ਼ ਇੱਜ਼ਤ ਬੇਗ ਜਿਹੜਾ ਉਹ ਪਹਿਲੇ ਦਿੱਲੀ ਆਉਂਦਾ ਹੈ, ਫਿਰ ਉਹ ਲਾਹੌਰ ਜਾਂਦਾ ਹੈ ਔਰ ਉਸ ਤੋਂ ਬਾਅਦ ਇੱਜ਼ਤ ਬੇਗ ਜਿਹੜਾ ਉਹ ਗੁਜਰਾਤ ਪਹੁੰਚਦਾ ਹੈ। ਇੱਕ ਰੋਜ਼ ਇੱਜ਼ਤ ਬੇਗ ਜਿਹੜਾ ਉਹ ਪਾਂਡੇ ਖਰੀਦਣ ਵਾਸਤੇ ਅਬਦੁੱਲਾ ਕਮਿਆਰ ਦੇ ਘਰ ਜਾਂਦਾ ਹੈ। ਜਦੋਂ ਉਹ ਅਬਦੁੱਲਾ ਕਮਿਆਰ ਦੇ ਘਰ ਪਹੁੰਚਦਾ ਹੈ ਤੇ ਉਹਦੀ ਨਜ਼ਰ ਸੋਹਣੀ ਤੇ ਪੈਂਦੀ ਹੈ ਤੇ ਸੋਹਣੀ ਦੀ ਨਜ਼ਰ ਜਿਹੜੀ ਹੈ ਉਹ ਮਹੀਵਾਲ ਤੇ ਪੈਂਦੀ ਹੈ, ਇੱਜ਼ਤ ਬੇਗ ਤੇ ਪੈਂਦੀ ਹੈ ਤੇ ਦੋਨਾਂ ਨੂੰ ਇੱਕ ਦੂਸਰੇ ਨਾਲ ਮੁਹੱਬਤ ਹੋ ਜਾਂਦੀ ਹੈ। ਇਹਦੇ ਬਾਅਦ ਇੱਜ਼ਤ ਬੇਗ ਜਿਹੜਾ ਉਹ ਰੋਜ਼ ਅਬਦੁੱਲਾ ਕਮਿਆਰ ਦੇ ਘਰ ਜਾਂਦਾ ਹੈ ਤੇ ਉੱਥੋਂ ਪਾਂਡੇ ਖਰੀਦਦਾ ਹੈ ਤੇ ਸੋਹਣੀ ਦੇ ਦਰਸ਼ਨ ਕਰਦਾ ਹੈ ਤੇ ਅੱਗੋਂ ਮਜ਼ੀਦ ਪਾਂਡੇ ਦੀ ਮੰਗ ਕਰਦਾ ਹੈ, ਆਰਡਰ ਦਿੰਦਾ ਹੈ। ਫਿਰ ਅਗਲੇ ਦਿਨ ਜਾਂਦਾ ਹੈ, ਭਾਂਡੇ ਖਰੀਦਦਾ ਹੈ, ਮਜ਼ੀਦ ਭਾਂਡੇ ਦੀ ਵੰਡ ਕਰਦਾ ਹੈ, ਮੰਗ ਕਰਦਾ ਹੈ ਤੇ ਆ ਜਾਂਦਾ ਹੈ। ਫਿਰ ਅਗਰ ਇਹ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹਿੰਦਾ। ਇਹ ਸਿਲਸਿਲਾ ਹਰ ਕਿੰਨੀ ਕੁ ਦੇਰ ਚੱਲਦਾ ਸੀ ਕਿ ਇਸ ਜਿਹੜਾ ਇੱਜ਼ਤ ਬੇਗ ਹੈ ਉਹਦਾ ਜਿਹੜਾ ਆਪਣਾ ਕਾਰੋਬਾਰ ਸੀ, ਉਹ ਕਾਰੋਬਾਰ ਬਿਲਕੁਲ ਉਹਦੀ ਅਦਬ ਤਵੱਜੋ ਦੀ ਵਜ੍ਹਾ ਨਾਲ ਬਿਲਕੁਲ ਹੀ ਠੱਪ ਹੋ ਜਾਂਦਾ, ਬਿਲਕੁਲ ਖਤਮ ਹੋ ਜਾਂਦਾ ਹੈ। ਤੇ ਜਿਹੜਾ ਇੱਜ਼ਤ ਬੇਗ ਹੈ ਉਹ ਬਿਲਕੁਲ ਕੰਗਾਲ ਹੋ ਜਾਂਦਾ ਹੈ, ਕਲਾਸ਼ ਹੋ ਜਾਂਦਾ ਹੈ। ਉਹਦੇ ਕੋਲ ਕੋਈ ਪੈਸਾ ਨਹੀਂ ਰਹਿੰਦਾ, ਕੋਈ ਧਿਰਮ ਨਹੀਂ ਰਹਿੰਦਾ ਤੇ ਉਹ ਬਿਲਕੁਲ ਲਾਚਾਰ ਤੇ ਬੇਬਸ ਹੋ ਜਾਂਦਾ ਹੈ। ਉਹਦੀ ਇਹ ਹਾਲਤ ਹੋ ਜਾਂਦੀ ਹੈ ਕਿ ਉਹ ਬੁਹਾਰਾ ਵੀ ਵਾਪਸ ਨਹੀਂ ਜਾ ਸਕਦਾ। ਬੁਹਾਰਾ ਵਾਪਸ ਜਾਣਾ ਤੇ ਬੜੀ ਦੂਰ ਦੀ ਗੱਲ ਹੈ। ਹੁਣ ਬੁਹਾਰਾ ਵਾਪਸ ਜਾਣ ਦੇ ਬਾਰੇ ਚੋਂ
ਸੋਚ ਵੀ ਨਹੀਂ ਸਕਦਾ। ਉਹ ਇੱਕ ਦਿਨ ਸੋਹੜੀ ਦੇ ਘਰ ਅਬਦੁੱਲਾ ਘੁਮਿਆਰ ਦੇ ਕੋਲ ਜਾਂਦਾ ਹੈ ਤੇ ਉਹਨੂੰ ਇੱਕ ਕਹਾਣੀ ਬਣਾ ਕੇ ਸੁਣਾਉਂਦਾ ਹੈ ਕਿ ਮੇਰਾ ਜਿੰਨਾ ਵੀ ਬਾਲੋ ਸਵਾਬ ਤੇ ਮੇਰੇ ਜਿੰਨੇ ਭਾਂਡੇ ਸਨ ਉਹ ਚੋਰ ਲੈ ਗਏ, ਮੇਰੀ ਚੋਰੀ ਹੋ ਗਈ ਹੈ, ਮੈਂ ਕੰਗਾਲ ਹੋ ਗਿਆ ਤੇ ਮੇਰੀ ਹਾਲਤ ਬੜੀ ਖਰਾਬ ਹੈ ਤੇ ਤੁਸੀਂ ਮੈਨੂੰ ਆਪਣੇ ਕੋਲ ਆਪਣਾ ਕੰਮ ਰੱਖ ਲਓ। ਬੜੇ ਤਰਲਾ ਬਿੰਤੇ ਕਰਦਾ ਹੈ ਅਬਦੁੱਲਾ ਘੁਮਿਆਰ ਦੇ ਕਿ ਤੁਸੀਂ ਮੈਨੂੰ ਜਿਹੜਾ ਕੰਮ ਕਹੋਗੇ, ਜਿਹੜਾ ਮੇਰੇ ਤੇ ਹੁਕਮ ਆਰਡਰ ਲਾਓਗੇ, ਮੈਂ ਉਹ ਕੰਮ ਕਰਾਂਗਾ। ਤੁਸੀਂ ਮੈਨੂੰ ਕੂੜਾ ਵੀ ਮੇਰੇ ਕੋਲ ਸੁਟਵਾਓਗੇ ਤੇ ਮੈਂ ਉਹ ਵੀ ਸੁੱਟਣ ਲਈ ਤਿਆਰ ਹਾਂ। ਜਦੋਂ ਇਹਦੇ ਤਰਲੇ ਮਿਲਤਾ ਤੇ ਬਿੰਤੀ ਇੱਜ਼ਤ ਬੇਗ ਕਰਦਾ ਹੈ ਤੇ ਅਬਦੁੱਲਾ ਘੁਮਿਆਰ ਜਿਹੜਾ ਹੈ ਉਹ ਇੱਜ਼ਤ ਬੇਗ ਨੂੰ ਆਪਣੇ ਘਰ ਕੰਮ ਰੱਖ ਲੈਂਦਾ। ਇੱਜ਼ਤ ਬੇਗ ਦੀ ਉਹ ਡਿਊਟੀ ਜਿਹੜੀ ਹੈ ਡੰਗਰ ਸਾਂਭਣ ਦੀ ਤੇ ਬਜੀਆ ਚਾਰਨ ਦੀ ਲੱਗਦੀ ਹੈ ਤੇ ਉਹ ਸੋਹਣੀ ਦੇ ਘਰ ਦੇ ਕੋਲ ਹੀ ਰਹਿਣਾ ਵਸਣਾ ਸ਼ੁਰੂ ਕਰ ਦਿੰਦਾ। ਉਹ ਇਸ ਤਰ੍ਹਾਂ ਹੀ ਰੋਜ਼ ਬਜੀਆ ਖੜਦਾ ਤੇ ਵਾਪਸ ਰਹਿੰਦਾ ਤੇ ਚਰਾਂਦਾ ਤੇ ਉੱਥੇ ਉਹਦੀ ਰੋਜ਼ ਜਿਹੜੀ ਹੈ ਉਹ ਸੋਹਣੀ ਨਾਲ ਵੀ ਮੁਲਾਕਾਤ ਹੁੰਦੀ ਰਹਿੰਦੀ ਹੈ ਤੇ ਉਹਦਾ ਦਰਸ਼ਨ ਦੀਦਾਰ ਜਿਹੜਾ ਉਹ ਹੁੰਦਾ ਰਹਿੰਦਾ। ਉਸ ਇਲਾਕੇ ਦੇ ਵਿੱਚ ਜਿਹੜਾ ਬੰਦਾ ਵੀ ਡੰਗਰਾਂ ਨੂੰ ਸਾਂਭਦਾ ਸੀ, ਬਜੀਆ ਚਰਾਂਦਾ ਸੀ, ਉਹਨੂੰ ਲੋਕ ਮਹੀਵਾਲ ਕਹਿੰਦੇ ਸਨ। ਲੋਕ ਆਹਿਸਤਾ ਆਹਿਸਤਾ ਇੱਜ਼ਤ ਬੇਗ ਨੂੰ ਬਿਲਕੁਲ ਭੁੱਲ ਗਏ ਕਿ ਇੱਜ਼ਤ ਬੇਗ ਇੱਕ ਬੁਹਾਰੇ ਦਾ ਤਾਜਰ ਸੀ। ਉਹ ਇਸ ਗੱਲ ਨੂੰ ਬਿਲਕੁਲ ਭੁੱਲ ਗਏ ਤੇ ਉਹਨੂੰ ਸਾਰੇ ਲੋਕ ਜਿਹੜੇ ਨੇ ਉਹ ਮਹੀਵਾਲ ਮਹੀਵਾਲ ਕਹਿਣ ਲੱਗ ਪਏ ਤੇ ਉਹ ਉਸ ਇਲਾਕੇ ਦੇ ਵਿੱਚ ਜਿਹੜਾ ਉਹ ਦੂਰ ਦੂਰ ਤੱਕ ਉਹਦਾ ਨਾਂ ਜਿਹੜਾ ਉਹ ਮਹੀਵਾਲ ਮਸ਼ਹੂਰ ਹੋ ਗਿਆ। ਇਹ ਵੀ ਸਿਲਸਿਲਾ ਆਖਰ ਕਿੰਨੀ ਕੁ ਦੇਰ ਚੱਲਦਾ ਸੀ। ਜਦੋਂ ਮਹੀਵਾਲ ਤੇ ਸੋਹਣੀ ਦੀ ਮੁਹੱਬਤ ਨੇ ਜੋਸ਼ ਕੀਤਾ ਤੇ ਉਹਨਾਂ ਦੀ ਸੋਹਣੀ ਤੇ ਮਹੀਵਾਲ ਦੀ ਮੁਹੱਬਤ ਜਿਹੜੀ ਹੈ ਉਹ ਦੂਰ ਦੂਰ ਤੱਕ ਫੈਲ ਗਈ। ਜਦੋਂ ਦੂਰ ਦੂਰ ਤੱਕ ਫੈਲ ਗਈ, ਲੋਕਾਂ ਨੂੰ ਮਹੀਵਾਲ ਤੇ ਸੋਹਣੀ ਦੀ ਮੁਹੱਬਤ ਦਾ ਪਤਾ ਲੱਗ ਗਿਆ ਤੇ ਇਹ ਕਿਸ ਤਰ੍ਹਾਂ ਹੋ ਸਕਦਾ ਸੀ ਕਿ ਸੋਹਣੀ ਦੇ ਮਾਂ-ਬਾਪ ਨੂੰ ਇਸ ਗੱਲ ਦਾ ਪਤਾ ਨਾ ਲੱਗਦਾ। ਸੋਹਣੀ ਤੇ ਦੇ ਮਾਂ-ਬਾਪ ਨੂੰ ਵੀ ਇਸ ਗੱਲ ਦਾ ਪਤਾ ਲੱਗ ਗਿਆ। ਸੋਹਣੀ ਦੇ ਬਾਪ ਨੇ ਫੌਰੀ ਤੌਰ ਦੇ ਉੱਤੇ ਮਹੀਵਾਲ ਨੂੰ ਕੰਮ ਤੋਂ ਕੱਢ ਦਿੱਤਾ ਤੇ ਸੋਹਣੀ ਦੀ ਸ਼ਾਦੀ ਜਿਹੜੀ ਹੈ ਦਰਿਆ ਦੇ ਦੂਸਰੇ ਕਿਨਾਰੇ ਆਪਣੀ ਇੱਕ ਖਾਨਦਾਨ ਘੁਮਿਆਰ ਖਾਨਦਾਨ ਦੇ ਵਿੱਚ ਉਹਦੀ ਸ਼ਾਦੀ ਕਰ ਦਿੱਤੀ ਤੇ ਜਲਦੀ ਹੀ ਦਿਨਾਂ ਦੇ ਵਿੱਚ ਹੀ ਸੋਹਣੀ ਦੀ ਜਿਹੜੀ ਹੈ ਉਹ ਰੁਖਸਤੀ ਕਰਤੀ। ਸੋਹਣੀ ਜਿਹੜੀ ਹੈ ਉਹ ਰੁਖਸਤ ਹੋ ਕੇ ਤੇ ਦਰਿਆ ਦੇ ਦੂਸਰੇ ਕਿਨਾਰੇ ਚਲੀ ਗਈ। ਮਹੀਵਾਲ ਜਿਹੜਾ ਉਹ ਦਰਿਆ ਦੇ ਇਸ ਕਿਨਾਰੇ ਤੇ ਰਹਿ ਗਿਆ। ਸੋਹਣੀ ਜਿਹੜੀ ਹੈ ਉਹ ਵਿਆਹ ਕੇ ਦਰਿਆ ਦੇ ਦੂਸਰੇ ਕਿਨਾਰੇ ਚਲੀ ਜਾਂਦੀ ਹੈ। ਸੋਹਣੀ ਆਪਣੀ ਮੁਹੱਬਤ ਦੀ ਤਸਕੀਨ ਲਈ ਤੇ ਮਹਿਬੂਬ ਨੂੰ ਮਿਲਣ ਲਈ ਇੱਕ ਤਰੀਕਾ ਇਜਾਦ ਕਰਦੀ ਹੈ ਕਿਉਂਕਿ ਉਹਨੂੰ ਮਹੀਵਾਲ ਨੂੰ ਮਿਲਣ ਵਾਸਤੇ ਦਰਿਆ ਅਬੂਰ ਕਰਨਾ ਪੈਂਦਾ ਹੈ ਤੇ ਉਹਨੂੰ ਕਿਉਂਕਿ ਤਾਰੀ ਦੀ ਜਾਂਚ ਨਹੀਂ, ਉਹ ਤਾਰੀ ਦੀ ਸੀ ਤਰ ਸਕਦੀ। ਲੇਕਿਨ ਸੋਹਣੀ ਜਿਹੜੀ ਹੈ ਉਹ ਜ਼ਰੂਫ ਬਣਾਉਣ ਦੇ ਭਾਂਡੇ ਬਣਾਉਣ ਦੀ ਬੜੀ ਮਾਹਰ ਸੀ ਤੇ ਉਸ ਕੰਮ ਦੀ ਬੜੀ ਮਹਾਰਤ ਰੱਖਦੀ ਸੀ ਤੇ ਉਹਨੇ ਇੱਕ ਘੜਾ ਤਿਆਰ ਕੀਤਾ ਦਰਿਆ ਨੂੰ ਉਬੂਰ ਕਰਨ ਵਾਸਤੇ। ਉਹ ਘੜਾ ਤਿਆਰ ਕਰਕੇ ਤੇ ਉੱਥੇ ਝਾੜੀਆਂ ਦੇ ਵਿੱਚ ਲੁਕਾ ਦਿੱਤਾ। ਉਹ ਰੋਜ਼ ਉਸ ਘੜੇ ਦੀ ਮਦਦ ਨਾਲ ਦਰਿਆ ਅਬੂਰ ਕਰਦੀ ਸੀ ਤੇ ਜਾ ਕੇ ਮਹੀਵਾਲ ਨੂੰ ਮਿਲਦੀ ਸੀ। ਸੋਹਣੀ ਤੇ ਮਹੀਵਾਲ ਜਿਹੜੇ ਨੇ ਉਹ ਦੋਏ ਸਾਰੀ ਰਾਤ ਇੱਕ ਦੂਸਰੇ ਦੀ ਮੁਹੱਬਤ ਵਿੱਚ ਖੋਏ ਰਹਿੰਦੇ ਸਨ ਤੇ ਜਦੋਂ ਸਵੇਰ ਦੀ ਸਫੇਦੀ ਹੋਣ ਤੋਂ ਪਹਿਲੇ ਸੋਹਣੀ ਜਿਹੜੀ ਉਹ ਵਾਪਸ ਘਰ ਆ ਜਾਂਦੀ ਹੈ। ਇਹ ਵੀ ਸਿਲਸਿਲਾ ਆਖਰ ਕਿੰਨੀ ਕੁ ਦੇਰ ਚੱਲਾ ਸੀ। ਇੱਕ ਦਿਨ ਜਦੋਂ ਸੋਹਣੀ ਮਹੀਵਾਲ ਨੂੰ ਮਿਲਣ ਵਾਸਤੇ ਘਰੋਂ ਨਿਕਲਦੀ ਹੈ ਤੇ ਉਹਦੀ ਨਦ ਜਿਹੜੀ ਹੈ ਉਹ ਸੋਹਣੀ ਨੂੰ ਘਰੋਂ ਨਿਕਲਦੇ ਦੇਖ ਲੈਂਦੀ ਹੈ। ਉਹ ਜਿਹੜੀ ਸੋਹਣੀ ਦੀ ਨਦ ਹੈ ਉਹ ਸੋਹਣੀ ਦਾ ਪਿੱਛਾ ਕਰਦੀ ਹੈ ਤੇ ਸੋਹਣੀ ਜਿਹੜੀ ਹੈ ਉਹ ਦਰਿਆ ਦੇ ਕਿਨਾਰੇ ਹੁੰਦੀ ਹੈ ਤੇ ਉੱਥੋਂ ਜਿਹੜਾ ਲੁਕਾਇਆ ਹੋਇਆ ਘੜਾ ਕੱਢਦੀ ਹੈ ਤੇ ਉਹਦੀ ਮਦਦ ਨਾਲ ਉਹ ਦਰਿਆ ਪਾਰ ਕਰਦੀ ਹੈ
ਤੇ ਸਾਡੀ ਸੋਹਣੀ ਦੀ ਨੰਦ ਹੈ ਉਹ ਵਾਪਸ ਆ ਜਾਂਦੀ ਹੈ। ਉਹ ਵਾਪਸ ਆਉਂਦੀ ਹੈ ਤੇ ਸਵੇਰ ਆਪਣੀ ਮਾਂ ਨਾਲ ਇਹ ਗੱਲ ਕਰਦੀ ਹੈ ਤੇ ਉਹ ਸੋਹਣੀ ਦੇ ਖਿਲਾਫ ਇੱਕ ਸਾਜ਼ਿਸ਼ ਜਿਹੜੀ ਹੈ ਉਹ ਤਿਆਰ ਕਰਦੀ ਹੈ। ਕਿਉਂਕਿ ਸੋਹਣੀ ਦੀ ਸ਼ਾਦੀ ਵੀ ਇੱਕ ਕਮਿਆਰ ਖਾਨਦਾਨ ਵਿੱਚ ਹੋਈ ਸੀ ਤੇ ਜਿਹੜੀ ਸੋਹਣੀ ਦੀ ਨੰਦ ਸੀ ਉਹ ਵੀ ਭਾਂਡੇ ਬਣਾਉਣ ਦਾ ਬੜਾ ਜਿਹੜਾ ਉਹਨੂੰ ਹੁਨਰ ਤੇ ਫਨ ਉਹਦੇ ਅੰਦਰ ਵੀ ਮੌਜੂਦ ਸੀ। ਉਹ ਕੀ ਕਰਦੀ ਹੈ ਕਿ ਖੂਬ ਸੁੱਟ ਦੀ ਤਰ੍ਹਾਂ ਦਾ ਘੜਾ ਇੱਕ ਕੱਚੀ ਮਿੱਟੀ ਦਾ ਤਿਆਰ ਕਰਦੀ ਹੈ। ਉਹ ਕੱਚੀ ਮਿੱਟੀ ਦਾ ਘੜਾ ਤਿਆਰ ਕਰਕੇ ਤੇ ਉੱਥੋਂ ਜਿਹੜਾ ਘੜਾ ਸੋਹਣੀ ਦਾ ਚੁੱਕ ਕੇ ਤੇ ਉਹਦੀ ਜਗ੍ਹਾ ਤੇ ਸੋਹਣੀ ਦੀ ਨੰਦ ਜਿਹੜੀ ਹੈ ਉਹ ਕੱਚਾ ਘੜਾ ਰੱਖ ਦਿੰਦੀ ਹੈ। ਇਹਦੀ ਖਬਰ ਜਿਹੜੀ ਹੈ ਉਹ ਸੋਹਣੀ ਨੂੰ ਬਿਲਕੁਲ ਨਹੀਂ ਹੁੰਦੀ, ਕਿਉਂਕਿ ਸੋਹਣੀ ਦਾ ਇਸ ਗੱਲ ਵੱਲ ਬਿਲਕੁਲ ਹੀ ਧਿਆਨ ਨਹੀਂ ਸੀ ਹੁੰਦਾ, ਕਿਉਂਕਿ ਉਹ ਆਪਣੀ ਮੁਹੱਬਤ ਦੇ ਵਿੱਚ ਇਹਦੀ ਗਰਕ ਸੀ, ਇਹਦੀ ਮਸਤ ਸੀ ਕਿ ਉਹਨੂੰ ਇਸ ਗੱਲ ਦੀ ਬਿਲਕੁਲ ਵੀ ਕੋਈ ਖਬਰ ਨਹੀਂ ਹੋਈ। ਉਹ ਇਸ ਤਰ੍ਹਾਂ ਹੀ ਉਹ ਸੋਹਣੀ ਰਾਤ ਨੂੰ ਜਾਂਦੀ ਹੈ ਤੇ ਉੱਥੋਂ ਘੜਾ ਚੁੱਕਦੀ ਹੈ ਤੇ ਦਰਿਆ 'ਚ ਦਾਖਲ ਹੋ ਜਾਂਦੀ। ਜਦੋਂ ਦਰਿਆ 'ਚ ਵੜਦੀ ਹੈ ਤੇ ਉਹਦੀ ਜਿਹੜੀਆਂ ਲਹਿਰਾਂ ਨੇ ਦਰਿਆ ਦੀਆਂ ਉਹ ਘੜੇ ਨੂੰ ਵੱਜਦੇ ਆ ਤੇ ਘੜੇ ਦੀ ਜਿਹੜੀ ਮਿੱਟੀ ਹੈ ਉਹ ਖੁੱਲ੍ਹਣਾ ਸ਼ੁਰੂ ਹੋ ਜਾਂਦੀ ਹੈ। ਜਦੋਂ ਐਨ ਦਰਿਆ ਦੇ ਵਿਚਕਾਰ ਸੋਹਣੀ ਪਹੁੰਚਦੀ ਹੈ ਤੇ ਸੋਹਣੀ ਦਾ ਕੜਾ ਜਿਹੜਾ ਹੈ ਉਹ ਬਿਲਕੁਲ ਟੁੱਟ ਜਾਂਦਾ ਹੈ ਤੇ ਟੁੱਟ ਕੇ ਤੇ ਉਹ ਦਰਿਆ 'ਚ ਖਿਲਰ ਜਾਂਦਾ। ਸੋਹਣੀ ਜਦੋਂ ਡੁੱਬਣ ਲੱਗਦੀ ਹੈ ਤੇ ਉਹ ਫਿਰ ਮਹੀਵਾਲ ਨੂੰ ਆਵਾਜ਼ਾਂ ਮਾਰਦੀ ਹੈ, ਚੀਖਾਂ ਮਾਰਦੀ ਹੈ, ਨਾਰੇ ਮਾਰਦੀ ਹੈ। ਮਹੀਵਾਲ ਜਿਹੜਾ ਉਹ ਦਰਿਆ ਦੇ ਦੂਸਰੇ ਕਿਨਾਰੇ ਸੋਹਣੀ ਦਾ ਇੰਤਜ਼ਾਰ ਕਰ ਰਿਹਾ ਹੁੰਦਾ। ਜਦੋਂ ਸੋਹਣੀ ਦੀ ਆਵਾਜ਼ ਉਹਦੇ ਕੰਨਾਂ ਤੱਕ ਪਹੁੰਚਦੀ ਹੈ ਤੇ ਸੋਹਣੀ ਨੂੰ ਬਚਾਉਣ ਵਾਸਤੇ ਮਹੀਵਾਲ ਵੀ ਜਿਹੜਾ ਉਹ ਦਰਿਆ ਦੇ ਵਿੱਚ ਛਾਲ ਮਾਰ ਦਿੰਦਾ। ਮਹੀਵਾਲ ਨੂੰ ਵੀ ਤਾਰੀ ਤਰਨੀ ਨਹੀਂ ਆਉਂਦੀ ਤੇ ਦੋਨੋਂ ਜਿਹੜੇ ਨੇ ਮਹੀਵਾਲ ਸੋਹਣੀ ਦੇ ਨਾਲ ਜਿਹੜਾ ਉਹ ਮਹੀਵਾਲ ਵੀ ਦਰਿਆ ਦੇ ਵਿੱਚ ਡੁੱਬ ਜਾਂਦੇ। ਮੁਹੱਬਤ ਕਰਨ ਵਾਲਾ ਜੋੜਾ ਦਰਿਆ ਦੀ ਡੁਬਿਆਈਆਂ 'ਚ ਡੁੱਬ ਕੇ ਆਸ਼ਕਾਂ ਦੀ ਪਕੀਜ਼ਾ ਮੁਹੱਬਤ ਜਿਹੜੀ ਹੈ ਉਹਦੀ ਤਾਰੀਖ ਦੇ ਸਫ਼ਿਆਂ ਦੇ ਵਿੱਚ ਹਮੇਸ਼ਾ ਲਈ ਅਮਰ ਹੋ ਜਾਂਦੇ। ਸੋਹਣੀ ਤੇ ਮਹੀਵਾਲ ਦਾ ਜਿਹੜਾ ਬਾਜ਼ਾਰ ਹੈ ਉਹ ਸਿੰਧ ਦੇ ਇੱਕ ਇਲਾਕੇ ਦੇ ਸ਼ਹਿਦਾਦਕੋਟ ਦੇ ਵਿੱਚ ਮੌਜੂਦ ਵਾਕਿਆ। ਸੋਹਣੀ ਦਾ ਜਿਹੜਾ ਬਾਜ਼ਾਰ ਹੈ ਉਹ ਬਾਈ ਸੋਹਣੀ ਦੇ ਇਲਾਕੇ ਵਿੱਚ ਹੈ ਤੇ ਮਹੀਵਾਲ ਦਾ ਜਿਹੜਾ ਬਾਜ਼ਾਰ ਹੈ ਉਹ ਸ਼ਹਿਦਾਦਪੁਰ ਸ਼ਹਿਰ ਦੇ ਵਿੱਚ ਮੌਜੂਦ ਹੈ। ਸੋਹਣੀ ਦਾ ਬਾਜ਼ਾਰ ਅਲੱਗ ਹੈ ਤੇ ਮਹੀਵਾਲ ਦਾ ਜਿਹੜਾ ਬਾਜ਼ਾਰ ਹੈ ਉਹ ਅਲੱਗ ਹੈ। ਮੈਂ ਤੁਹਾਡੇ ਸਾਹਮਣੇ ਜਿਹੜਾ ਕਿੱਸਾ ਸੋਹਣੀ ਮਹੀਵਾਲ ਪੇਸ਼ ਕਰ ਰਿਹਾ, ਇਹਦੇ ਲਿਖਾਰੀ ਜਿਹੜੇ ਨੇ ਖਾਲਕ ਨੇ ਉਹ ਹਜ਼ਰਤ ਫਜ਼ਲ ਸ਼ਾਹ ਸਾਹਿਬ ਦੇ। ਫਜ਼ਲ ਸ਼ਾਹ ਸਾਹਿਬ 19ਵੀਂ ਸਦੀ 1827 ਦੇ ਵਿੱਚ ਨਵਾਂਕੋਟ ਬਸਤੀ ਲਾਹੌਰ 'ਚ ਜੰਮੇ ਤੇ ਇਹਨਾਂ ਦਾ ਵਸਾਲ 1890 ਵਿੱਚ ਨਵਾਂਕੋਟ ਬਸਤੀ ਲਾਹੌਰ ਵਿੱਚ ਹੋਇਆ ਤੇ ਇਹਨਾਂ ਦਾ ਬਾਜ਼ਾਰ ਜਿਹੜਾ ਹੈ ਉਹ ਲਾਹੌਰ ਮੁਲਤਾਨ ਰੋਡ ਤੇ ਵਾਕਿਆ ਹੈ। ਜਿਹੜਾ ਕਿੱਸਾ ਸੋਹਣੀ ਮਹੀਵਾਲ ਦਾ ਫਜ਼ਲ ਸ਼ਾਹ ਸਾਹਿਬ ਨੇ ਲਿਖਿਆ ਹੈ ਉਹ ਇੱਕ ਲੰਬੀ ਤਵੀਲ ਨਜ਼ਮ ਦੀ ਸ਼ਕਲ ਵਿੱਚ ਲਿਖਿਆ ਹੈ। ਫਜ਼ਲ ਸ਼ਾਹ ਸਾਹਿਬ ਨੇ ਹੋਰ ਵੀ ਬਹੁਤ ਸਾਰੀਆਂ ਇਸ਼ਕ ਤੇ ਮੁਹੱਬਤ ਦੀਆਂ ਦਾਸਤਾਨਾਂ ਲਿਖੀਆਂ ਨੇ, ਜਿਸ 'ਚ ਹੀਰ ਰਾਂਝਾ, ਲੈਲਾ ਮਜਨੂ, ਸੋਹਣੀ ਮਹੀਵਾਲ, ਸੀ ਹਰਫੀਆ, ਸ਼ਜਰਾ ਨਸਬ ਹੋਰ ਬਹੁਤ ਕੁਛ ਫਜ਼ਲ ਸ਼ਾਹ ਸਾਹਿਬ ਨੇ ਲਿਖਿਆ। ਲੇਕਿਨ ਉਹਨਾਂ ਦੀਆਂ ਜਿੰਨੀਆਂ ਵੀ ਰਚਨਾਵਾਂ ਨੇ ਉਹ ਸਭ ਤੋਂ ਵੱਡਾ ਉਹਨਾਂ ਦੀ ਵੱਡਾ ਸ਼ਾਹਕਾਰ ਹੈ ਉਹ ਕਿੱਸਾ ਸੋਹਣੀ ਤੇ ਮਹੀਵਾਲ ਹੈ। ਮੈਂ ਤੁਹਾਡੇ ਸਾਹਮਣੇ ਅੱਜ ਪਾਠ 7ਵਾਂ ਹਿੱਸਾ ਜਿਹੜਾ ਹੈ ਉਹ ਪੇਸ਼ ਕਰ ਰਿਹਾ। ਪੇਸ਼ ਕਰਨ 'ਚ ਬਿਆਨ ਕਰਨ 'ਚ ਅਗਰ ਕੋਈ ਬੋਲ ਚੁੱਕ ਹੋ ਜਾਏ ਤੇ ਮੈਂ ਉਹਦੇ ਲਈ ਪੇਸ਼ਗੀ ਮਾਫੀ ਚਾਹੁੰਦਾ। ਮਹੀਵਾਲ ਨੂੰ ਨੌਕਰੀ ਤੋਂ ਜਦੋਂ ਜਵਾਬ ਮਿਲ ਜਾਂਦਾ, ਬਸ ਬਸ ਮੀਆਂ ਮਹੀ ਚਾਰ ਨਹੀਂ, ਜਿਹੜਾ ਸੋਹਣੀ ਦਾ ਬਾਪ ਹੈ ਉਹ ਮਹੀਵਾਲ ਨੂੰ ਕਹਿੰਦਾ ਹੈ ਬਸ ਬਸ ਮੀਆਂ ਮਜੀ ਚਾਰ ਨਹੀਂ, ਇਵੇਂ ਖਾ ਕੇ ਨਮਕ ਹਰਾਮ ਕੀਤੇ ਹੋਏ, ਜਿਸ ਨਮਕ ਖਾ ਲਿਓ ਘਰ ਉਸੇ ਤੇ ਸਦ ਮਾਰਦੇ ਦਾ ਗਜਾ ਕਾਮ ਕੀਤੋ, ਉਸੇ ਰੱਖ ਨੂੰ ਵੱਢਣਾ ਲੋੜੀ ਹੋਈ, ਜਿਸ ਰੱਖ ਤੇ ਬੈਠ ਆਰਾਮ ਕੀਤੇ ਹੋਈ, ਦੀਆਂ ਬੇਟੀਆਂ ਦੇ ਨਾਲ ਕਰੇ ਹਾਸੀ, ਐਸੇ ਵਾਸਤੇ ਤੁਧ ਗੁਲਾਮ ਕੀਤੋ,
जिस ने पाल खुआया घरी इसने, खाखा धुत बनाइया पाट गयू, और नाकाम एक काम की खाम की थी कि ये समझ दलेरिया कीतियां दी, भावे असां ताई हास आम कीतियूं, तेनू रब दे खौफ थी जान दिता, तू नहीं जानता जान तू कम जो हाम की तू, ਸਾਡੀਆਂ ਇੱਜ਼ਤਾਂ ਨੂੰ ਹੱਥ ਪਾਉਣ ਲੱਗੂ, ਖਾਣ ਲੂਣ ਹਰਾਮ ਤਮਾਮ ਕੀ ਤੂੰ, ਭਲੀ ਨੀਅਤ ਦੇ ਨਾਲ ਟੁਰ ਜਾਏ ਤੂੰ। ਸੋਹਣੀ ਦਾ ਬਾਪ ਮਹੀਮਾਨ ਨੂੰ ਕਹਿੰਦਾ ਹੈ, ਭਲੀ ਨੀਅਤ ਦੇ ਨਾਲ ਟੁਰ ਜਾਏ ਤੂੰ, ਮੈਨੂੰ ਜੱਗ ਦੇ ਵਿੱਚ ਬਦਨਾਮ ਕੀਤੀ। ਫਜ਼ਲ ਸ਼ਾਹ ਇਹ ਪਰ ਇੱਥੇ ਰਹੇ ਨਹੀਂ, ਜ਼ਾਹਰ ਆਪਣਾ ਚਾਹ ਅੰਜਾਮ ਕੀਤੀ। ਫਜ਼ਲ ਸ਼ਾਹ ਇਹ ਪਰ ਇੱਥੇ ਰਹੇ ਨਹੀਂ, ਜ਼ਾਹਰ ਆਪਣਾ ਚਾਹ ਅੰਜਾਮ ਕੀਤੀ। ਹਾਲ ਮਹੀਵਾਲ ਦੇ ਦਰਦ ਤੇ ਫਰਾਕ ਦਾ। ਮਹੀਵਾਲ ਨੂੰ ਜਦੋਂ ਜਵਾਬ ਮਿਲਿਆ, ਮਹੀ ਛੱਡ ਕੇ ਤੁਰਤ ਰਵਾਨ ਹੋਇਆ, ਆਖੇ ਰਹਿਣ ਕੇ ਆਹੋ ਬੈਣ ਬਹੁਤ ਮੁਸ਼ਕਲ, ਮੇਰਾ ਬੇਦ ਤਮਾਮ ਅਯਾਰ ਹੋਇਆ, ਬਾਜ ਯਾਰ ਉਜਾੜ ਚਕੋੜ ਦਿਸੇ, ਪਰੇਸ਼ਾਨ ਹੋਇਆ। ਉਹ ਕਾ ਸਜਣਾ ਦੇ ਗਰੀ ਜਾਣ ਮੇਰਾ, ਦੋਤੀ ਆਣ ਹੁੰਦੀ ਅਸਮਾਨ ਹੋਇਆ, ਜੰਗਲ ਜਾ ਰਾਤੀ ਕਤੇ ਬੈਠ ਰਹਿਣਾ, ਇਹ ਪਰ ਰੋਂਦਿਆਂ ਜ਼ੋਰ ਤੂਫਾਨ ਹੋਇਆ, ਕਿਹੜੀ ਵੱਲ ਜਾਵਾਂ ਕੋਈ ਜਾ ਨਹੀਂ, ਤੇਰੇ ਨਾਮ ਤੂੰ ਕੁਰਬਾਨ ਹੋਇਆ, ਜਿੱਧਰ ਜਾਂਦਾ ਹਾਂ ਉਧਰ ਮਿਲਣ ਧੱਕੇ, ਵੈਰੀ ਮੁਝਦਾ ਕੁੱਲ ਜਹਾਨ ਹੋਇਆ, ਮੰਗੀ ਮੌਤ ਨਾ ਆਉਂਦੀ ਹੱਥ ਮੇਰੇ, ਤੇਰਾ ਮਿਲਣ ਔਖਾ ਮੈਨੂੰ ਆਣ ਹੋਇਆ, ਤੁਧ ਬਾਜ ਆਰਾਮ ਹਰਾਮ ਮੈਨੂੰ, ਬਲਾ ਬੇਲੀਆ ਹੋਏ ਪੈਣ ਖਾਣ ਹੋਇਆ, ਪੀੜ ਖਾਣ ਹੋਇਆ, ਕਿ ਕਰ ਬਲਾਂਗੇ 10 ਇਲਾਜ ਕੋਈ, ਔਖਾ ਅੱਜ ਮੇਰਾ ਆਉਣ ਜਾਣ ਹੋਇਆ। ਮਸਜਿਦ ਦਾਰੀਆਂ ਵਿੱਚ ਬਾਜ਼ਾਰ ਫਿਰਦਾ, ਫਜ਼ਲ ਸ਼ਾਹ ਦੇ ਵਾਂਗ ਹੈਰਾਨ ਹੋਇਆ, ਰੋ ਰੋ ਆਖਦਾ ਪਿਆਰਿਆ ਕਿਵੇਂ ਮਿਲਸੀ, ਮੈਥੋਂ ਅੱਜ ਸਾਈ ਕਹਿਰਵਾਨ ਹੋਇਆ, ਤੁਧਕਾਰ ਨੇ ਮਹੀ ਚਾਰੀਆਂ ਮੈਂ, ਤੁਧਕਾਰ ਨੇ ਮਹੀਆਂ ਚਾਰੀਆਂ ਮੈਂ, ਹੁਣ ਪਿਆਰਿਆ ਆਉਣ ਬੇਜਾਨ ਹੋਇਆ। ਉਧਰ ਸੋਹਣੀ ਰੋਦੜੀ ਬੈਠ ਗੋਸ਼ੇ, ਉਧਰ ਸੋਹਣੀ ਰੋਦੜੀ ਬੈਠ ਗੋਸ਼ੇ, ਦਸ ਜਾ ਮੈਨੂੰ ਬਲਾ ਬੇਲੀਆ ਹੋਏ, ਆਖੇ ਦੋਤੀਆਂ ਦੇ ਯਾਰ ਛੱਡ ਨਹੀਂ, ਗੱਲਾਂ ਲਾ ਮੈਨੂੰ ਬਲਾ ਬੇਲੀਆ ਹੋਏ, ਤੁਝ ਬਾਜ ਆਰਾਮ ਹਰਾਮ ਹੋਇਆ, ਤੇਰਾ ਚਾਹ ਮੈਨੂੰ ਬਲਾ ਬੇਲੀਆ ਹੋਏ, ਸੁਝੇ ਦਰਦ ਮੇ ਦਰਦ ਨੇ ਕਰਦ ਲਾ ਕੇ, ਕੁੱਠਾ ਚਾਹ ਮੈਨੂੰ ਬਲਾ ਬੇਲੀਆ ਹੋਏ, ਜੇ ਚਰ ਮਿਲੇ ਨਾ ਸਬਰ ਕਰਾਰ ਆਵੇ, ਕਿਸੇ ਦਾ ਮੈਨੂੰ ਬਲਾ ਬੇਲੀਆ ਹੋਏ, ਮੂੰਹ ਦੇ ਭਾਰ ਪਿਆ ਕੁੱਠੀ ਦਰਦ ਗਮ ਦੀ, ਮੂੰਹ ਦੇ ਭਾਰ ਪਿਆ ਕੁੱਠੀ ਦਰਦ ਗਮ ਦੀ, ਆ ਚਾਹ ਮੈਨੂੰ ਬਲਾ ਬੇਲੀਆ ਆਏ, ਚੋਰੀ ਮਾਂ ਤੇ ਬਾਪ ਤੂੰ ਆਣ ਮਿਲਣਾ, ਕਿਸੇ ਦਾ ਮੈਨੂੰ ਬਲਾ ਬੇਲੀਆ ਆਏ, ਨਾਮ ਰੱਬ ਦੇ ਕਰੀ ਖਿਆਲ ਸਾਈਆ, ਮੁੱਖ ਵਹਾ ਮੈਨੂੰ ਬਲਾ ਬੇਲੀਆ ਆਏ, ਸੀਧੇ ਸਾਂਗ ਮਾਰੇ ਵਿਛੜ ਜਾਣ ਤੇਰਾ, ਗੇਰਾ ਪਾ ਮੈਨੂੰ ਬਲਾ ਬੇਲੀਆ ਹੋਏ, ਤੁਝ ਬਾਜ ਜਹਾਨ ਦੇ ਦੁੱਖ ਸਾਰੇ, ਤੁਝ ਬਾਜ ਜਹਾਨ ਦੇ ਦੁੱਖ ਸਾਰੇ, ਪਿਆ ਧਾ ਮੈਨੂੰ ਬਲਾ ਬੇਲੀਆ ਆਏ, ਫਜ਼ਲ ਕੁਝ ਨਾ ਸੁਝਦਾ ਬੁਝਤਾਈ, ਫਜ਼ਲ ਕੁਝ ਦਾ ਸੁਝਦਾ ਬੁਝਤਾਈ, ਤੇਰਾ ਚਾਹ ਮੈਨੂੰ ਬਲਾ ਬੇਲੀਆ ਆਏ, ਤੁਧ ਬਾਜ ਅਦੇਰ ਚੁਫੇਰ ਦਿਸੇ, ਤੁਝ ਬਾਜ ਅਦੇਰ ਚੁਫੇਰ ਦਿਸੇ, ਕਰਦੀ ਵੈਨ ਫਿੜਾ ਬਹੀ ਵਾਲੀਆ ਆਏ, ਤੇਰਾ ਮੁਖ ਦੀ ਭੁੱਖ ਕਮਾਲ ਮੈਨੂੰ, ਬਾਜ ਚੈਨ ਫਿਰਾ ਬਹੀ ਵਾਲਿਆ ਆਏ, ਖੁੱਲੇ ਵਾਲ ਬੇਹਾਲ ਮੈਂ ਨਾਰ ਗਮ ਦੇ, ਡਲੇ ਨੈਣ ਫਿਰਾ ਬਹੀ ਵਾਲਿਆ ਹੋਏ, ਫਜ਼ਲ ਸ਼ਾਹ ਪੁੱਛੇਦੜੀ ਰਾਹ ਤੇਰਾ, ਫਜ਼ਲ ਸ਼ਾਹ ਪੁੱਛੇਦੜੀ ਰਾਹ ਤੇਰਾ, ਦਿਨ ਰਹਿਣ ਫਿਰਾ ਬਹੀ ਵਾਲਿਆ ਹੋਏ, ਦੋਵੇਂ ਧੀ ਨੂੰ ਕਿਤੇ ਬਗਾਵੜੇ ਦੀ, ਦੋਵੇਂ ਧੀ ਨੂੰ ਕਿਤੇ ਬਗਾਵੜੇ ਦੀ, ਉਸੇ ਰੋਜ਼ ਸਲਾਹ ਪਕਾਵੜੇ ਜੀ, ਇੱਕ ਵਿੱਚ ਗੁਜਰਾਤ ਘੁੰਮਿਆ ਰਹਾ, ਪੁੱਤਰ ਉਸ ਦੇ ਨਾਲ ਮੰਗਵਾੜੇ ਦੀ, ਕਰਕੇ ਦਾਜ ਦਾ ਕਾਜ ਤਿਆਰ ਕਰਦੇ, ਕੁਝ ਜ਼ੋਰ ਪਾ ਕੇ ਗੱਡੀ ਪਾਵੜੇ ਦੀ, ਸੁੰਦਰ ਝੀਲ ਬਲੋਕ ਤੇ ਹੋਰ ਬਾਕੇ, ਜੋੜ ਮੇਲ ਕੇ ਜੱਜ ਲਿਆਵਦੇ ਜੀ, ਔੜਕ ਸੋਹਣੀ ਰੋਦੜੀ ਨੂੰ ਡੋਲੀ ਪਾਈ ਵਿਆਹ ਲੈ ਜਾਵਦੇ ਜੀ, ਕਿੱਸਾ ਵਿਆਹ ਦਾ ਤੂਲ ਨਾ ਮੂਲ ਕੀਤਾ, ਪੜਨ ਵਾਲਣੇ ਚਿੱਤ ਨਾ ਲਾਵਦੇ ਜੀ, ਗੱਲ ਦਰਦ ਦੇ ਨਾਲ ਹੈ ਗਰਜ਼ ਮੈਨੂੰ, ਕੀਤਾ ਤੂਲ ਜਿਵੇਂ
ਵਧਾਵਣੇ ਦੀ ਫਜ਼ਲ ਸ਼ਾਹ ਤਿਨਾਦੜਾ ਸ਼ੇਰ ਕਿਹਾ ਜਿਹੜੇ ਸ਼ੇਰ ਬੇਦਰਦ ਅਲਾਮਦੇ ਜੀ ਆਈ ਕਹਿਰ ਕਲੋਰ ਦੀ ਰਾਤ ਯਾਰੋ ਦੋਵੇਂ ਪਲੰਗ ਤੇ ਚਾਹ ਸਵਾੜ ਮੀਆਂ ਲਗਾ ਦਸਤ ਦਰਾਜ਼ ਰਕੀਬ ਕਰਨੇ ਦਿੱਤੀ ਸੋਹਣੀ ਪੇਸ਼ ਨਾ ਜਾਣ ਮੀਆਂ ਹੱਥੋਂ ਬਾਹਰ ਕੀਤਾ ਖੂਬ ਸੋਹਣੀ ਨੇ ਦਿੱਤੀ ਹੋਸ਼ ਬਲਾ ਜਹਾਨ ਮੀਆਂ ਦੋਵੇਂ ਹੱਥ ਉਠਾਈ ਦੁਆ ਮੰਗੀ ਮਹੀਵਾਲ ਦੀ ਰੱਖ ਅਮਾਨ ਮੀਆਂ ਹੁਕਮਦਾਨ ਦਾ ਮਰਦ ਹੋ ਗਿਆ ਏ ਉਸ ਦੀਆਂ ਕੁਦਰਤਾਂ ਨੂੰ ਤੂੰ ਕੁਰਬਾਨ ਮੀਆਂ ਮਹੀਵਾਲ ਦੀ ਰੱਬ ਅਮਾਨ ਰੱਖੀ ਦੋਤੀ ਲਾ ਰਹਾ ਲੱਖ ਤਾਨ ਮੀਆਂ ਯੂਸਫ ਵਾਂਗ ਈਮਾਨ ਰਹਿਮਾਨ ਰੱਖੇ ਐਵੇਂ ਮਿਹਰ ਨਿਸ਼ਾਨ ਬਿਹਾਰ ਮੀਆਂ ਮਹੀਵਾਲ ਦੇ ਨਾਲ ਸੀ ਜੋੜ ਉਸਦਾ ਲਿਖਿਆ ਲੋਹ ਮਹਿਫੂਜ਼ ਬਿਆਨ ਮੀਆਂ ਕਿਹੜਾ ਆਸ਼ਕਾਂ ਦੇ ਸੰਗ ਭੰਗ ਪਾਵੇ ਜੋੜੇ ਜੋੜ ਜੋ ਰੱਬ ਰਹਿਮਾਨ ਮੀਆਂ फजल शाह मजाल की गैर संदी ले आवे कुछ ख्याल गुमान मियाँ फजल शाह मजाल की गैर संदी ले आवे कुछ ख्याल गुमान मियाँ ਮਹੀਵਾਲ ਜਿਹੜਾ ਉਹ ਫਿਰ ਹਿਜਰ ਦੇ ਵਿੱਚ ਜਦੋਂ ਵਿਆਹ ਕੇ ਚਲੀ ਜਾਂਦੀ ਹੈ ਦਰਿਆ ਦੇ ਦੂਸਰੇ ਕਿਨਾਰੇ ਸੋਹਣੀ ਤੇ ਮਹੀਵਾਲ ਦਾ ਹਿਜਰ ਵਿੱਚ ਤੜਪਣਾ ਮਹੀਵਾਲ ਨੂੰ ਜ਼ਮੀਨ ਦਾ ਵੇਲ ਦੇਵੇ ਸੋਹਣੀ ਵਿਆਹ ਕੇ ਲੈ ਗਏ ਜਾਂ ਹੋਰ ਬੇਲੀ ਜਿਹੜੇ ਬਾਲ ਪਿੱਛੇ ਮਹੀਵਾਲ ਬੜਿਆ ਸੋਈ ਗਿੱਧ ਗਏ ਸੁੱਜੇ ਚੋਰ ਬੇਲੀ ਅੱਗੇ ਦੁੱਖ ਆਹਾ ਵਿਛੜ ਜਾਣ ਵਾਲਾ ਪਾਇਆ ਆੜ ਦੁਕਾ ਹੋਰ ਜ਼ੋਰ ਬੇਲੀ ਸੁੱਜੇ ਗਾਗ ਦੇ ਆੜ ਬਕਾਰ ਕੀਤਾ ਜਿਹੜੇ ਬਾਗ ਸਨ ਹਸਤੇ ਮੋਰ ਬੇਲੀ ਮੇਰੀ ਆਸ ਮੁਰਾਦ ਦਾ ਮੂਲ ਪੁਨੀ ਰਹਾ ਪੀਰ ਫਕੀਰ ਨੂੰ ਸ਼ੋਰ ਬੇਲੀ भला ला मुहब्बता बिजिया सी दसी है खबर जो होसिया शोर बेली निकल जान वैसी किसे रोज़ मेरी कर दी आफगाते शोर बेली फजल बैठ पिया मेरा जुड़े हुए तद बाज मैनू चंगी घोर बेली सोहनी महीवाल जड़ा वो सोहनी नू खत लिख के भेजदा एक हास सहेली सोहनी दी एक हास सहेलड़ी सोहनी दी पुछड़ हाल आई महीवाल दा जी आखे कौन सरेड़ा दियो मैनू लिख हथ सारा अपने हाल दा जी लाई सांग दो दार कहार तेनू ए पर कौन तकदीर नू टाल दा जी लई कलम दुआत बगा कागज लिखे कागज ते हूण अछला दा जी महीवाल लिखिया हथ यार वले हैसी फजल फकीर ते नाल दा जी ਇਹ ਵਸੀਲੜਾ ਅਸਲ ਵਿਸਾਲ ਦਾ ਜੀ ਹੈਸੀ ਫਜ਼ਲ ਫਕੀਰ ਦੇ ਨਾਲ ਦਾ ਜੀ ਇਹ ਵਸੀਲੜਾ ਅਸਲ ਵਿਸਾਲ ਦਾ ਜੀ ਹਮਦਨਾਤ ਖੁਦਾ ਰਸੂਲ ਥੀ ਮਹੀਵਾਲ ਹੱਥ ਲਿਖਦਾ ਹਮਦਨਾਤ ਖੁਦਾ ਰਸੂਲ ਦੀ ਥੀ ਹਮਦਨਾਤ ਖੁਦਾ ਰਸੂਲ ਦੀ ਥੀ ਜਿਹਦੀ ਸਿਫਤ ਦਾ ਅੰਤ ਸ਼ਮਾਰ ਨਹੀਂ ਤਾਦੇ ਤਰਫ ਸੁਣੀ ਮਹੀਵਾਲ ਲਿਖੇ ਤੇਰੇ ਸੁਣੀ ਕੁਝ ਇਤਬਾਰ ਨਹੀਂ ਅਦੀ ਵਟੀਏ बंस दिए प्यारी दी सच्चा तुद दा कौल करार नहीं तेनू लख करोड़ मुबारकां दी खुशी ऐश वलू मारे वार नहीं गूढ़ा प्यार होया हमद नाल तेरे ऐसा होर किते गूढ़ा प्यार नहीं भला होवे तसाडड़ी आस पंदी कोई तद जिया ऐशदार नहीं मता खुशी थी होश मरग जाए खादा हसद दा मुफ्त अजाड़ नहीं कोई तुद जई किते जग उत्ते घर सेरे विच सरदार नहीं डोली चढ़दे मूल ना डोलिए तू होयू असा वलू शर्मसार नहीं तसी सहरे हो मगरूर बैठे कोई आसा जिहा होर ख्वार नहीं ये तां जोबड़ा ढग बाजार नहीं मान बतिए रूप शंगार नहीं लई दीद हरीद ईमान दिता झूठा आशका वंज वपार नहीं शाला मेरे जेड़ा तेरे सेज माने किवे वर्तसी कहर कहार नहीं पिवे अबियात रकीब मेरा शाला सब्र पवे एक वार नहीं मेरी लख फरियाद दी दास मिलसी मेरी लख फरियाद दी दाद मिलसी बस होर मैनू मार हार नहीं गल झूठिया तोक जंजीर पोसण दोई मिलसी इस दरबार नहीं गल झूठिया तोग जंजीर पोसण दोई मिलसिया इस दरबार नहीं
ना ही कम असील दा नस जाना, ना ही कम असील दा नस जाना, बाजी इश्क दी हार लाचार नहीं, झूठे कौल करार क्यों कीतियो नी, घरों कढ़ मुड़ के लियो सार नहीं, और कैद कद कहा रब सच्चे, तुसा जेड़ कोई होर मकार नहीं, मुड़ के होश सवाल तू प्यारी नी, किते कौल करार वसार नहीं, जली हुई पतंग जे जलाई है, ए पर सोखता ला के मार नहीं, तेरे नाम लेंदा फिरा विच गलिया, बाज रोड़ मैनू होर कार नहीं, रोक जान मैं वांग पतंग दिती, किता तुद दे नाल उधार नहीं, दामन लगिया दी लज पाली सी, हथी डोबी होई लायो पार नहीं, दस पेश पा के आप नस गियूं, दुख पेश पा के आप नस गियूं, कोई मैं जिया ओ गुनहार नहीं, सो सही सोई जो तुरत जवाब दे, सही किसे ताई लावण लार नहीं, अगे रज रहे तेरे प्यार कोलू, बस यार ओ मार दबार नहीं, चार रोज़ दा हुसन परोड़ा ही, कूड़े हुसन उत्ते पवे बार नहीं, सदा रंग महल दा माड़िया नी, सदा रंग महल दा माड़िए नी, सदा हुसन दा गरम बाजार नहीं, सदा दुख ते सदा दा होड़ बोझा, सदा बुलबुला बाग बहार नहीं, बल यार तेरे नाल प्यार नहीं, ना सी हैर ना सी खबर जो यार गम हार नहीं, मैनू हार जे कीती ना मेरी, ए पर सदक रखी मैनू मनु हार नहीं, तेरे वास्ते विच परदेस रुलिया, ओ गुनहार दा शहर दयार नहीं, नहीं बही चराइया तुद कर, छड़े बाप माई प्यारे यार नहीं, दुखा घेरिया मैं केड़ी वल जावा, नेड़े बुझदा बलख बुहार नहीं, चंगी कीती या प्यारिया सजड़ा हो, सजड़ मार दे खिच तलवार नहीं, सख फजल दी वरतिया कहर बारा, सख फजल दी वरतिया कहर बारा, तिथू जालमे सच नतार नहीं, लैके हथ गई तरफ सूड़ी दे, बहीवाल दी मोड़ लगा बेली, चोरी सस कोलू हथ यार वाला, देवे यार दे हथ फड़ा बेली, यारो हथ कहा चंद ईद दसी, मुड़ मुड़ जान नू करे फिदा बेली, जीजू पेच खोले सूड़ी हथ वाले, दी देवे जीवे दे पेच गवा बेली, नाले करे बतालिया हथ चुम्बे, रोवे नाल कलेजड़े ला बेली, डिठी रुत ढली अपर हथ सोड़ी, ए पर वेख डिगी गश खा बेली, अगे सजरा फट चमादड़ा सी, दूजी वारे लाया यार घा बेली, तादे तेज तलवार दी धार कोलू, कर दे घायल नू घायल चा बेली, तादे यार वाले आहे तेज खूदी, गे बुढ़ कलेजड़ा धा बेली, ਜਦੋਂ ਹੋਸ਼ ਆਈ ਉਸੇ ਪਿਆਰ ਦੀ ਨੂੰ, ਜਦੋਂ ਹੋਸ਼ ਆਈ ਉਸੇ ਪਿਆਰੀ ਤੂੰ ਲਈ ਕਲਮ ਦਵਾਤ ਮਗਾ ਬੇਲੀ, ਲਿਖੇ ਯਾਰ ਦੇ ਵੱਲ ਜਵਾਬ ਨਾਮਾ, ਫਜ਼ਲ ਹਾਲ ਦਾ ਹੱਥ ਬਣਾ ਬੇਲੀ, ਲਿਖੇ ਯਾਰ ਦੇ ਵੱਲ ਜਵਾਬ ਨਾਮਾ, ਫਜ਼ਲ ਹਾਲ ਦਾ ਹੱਥ ਬਣਾ ਬੇਲੀ, ਆਖੇ ਇਹ ਮਰਹਮ ਪੱਟੀ ਸਿਉੜੇ ਦੀ, अठे पहर जो रहा दिखा बेली, अठे पहर जो रहा दिखा बेली, अठे पहर जो रहा दिखा बेली। अल्लाह ताला हमें आसानियाँ अता फरमाए और आसानियाँ तकसीम करने का शरफ अता फरमाए, और अल्लाह ताला हमें बुज़ुर्गान दीन की सिफ़ात को अपनाने और बुज़ुर्गान दीन की सिफ़ात को मुज़य्यन करने का शरफ और मर्तबा और इल्म और मकाम और शान अता फरमाए। बुज़ुर्गान दीन की दुआ बरकत के साथ नूर वाले नूर वाले नूर वाले।